मेरा पहला उद्देश्य मेरा गोल सी कि मैं अपने घर का खाना खा के जो मेरे घर च बन सके जोड़ा कि मेरे बजट च भी हो गए ऑफकोर्स ਉਹਦੇ ਨਾਲ मैं हैल्दी रहना पूरी जिंदगी ਜਿਹੜੀ तीन चार चीज़ां मैडिकल साइंस गोली खवा के ठीक कर सकती ਉਹਦੇ ਚ ਇੱਕ डायरी है पेट है ना जुकाम बुखार सर दर्द वो एक्चुअल च पर आयुर्वेदा बीमारी नहीं है ਜਦੋਂ भी आयुर्वेदिक डॉक्टर को जो सही आयुर्वेदिक होएगा वो थोड़ा कदे पेट खराब होए तो गोली नहीं देगा वो कहेगा साफ होने दो बुखार होया एक वायरस आ गया वो बॉडी टेम्परेचर चक्के मारी वो थोड़ा दवाई नहीं देगा ये डॉक्टर ने आप कहा होया मैं नहीं कहता किसी डॉक्टर ने अगर कोई डॉक्टर ना हो सॉरी है ना तो मैं डॉक्टर साहब ने एक चीज़ कहना डॉक्टर साहब कोई पेशेंट का नंबर दो जी डायबिटीज़ क्योर करती हो मैं कहूँगा कोई पेशेंट का नंबर दो जी ब्लड प्रेशर क्योर करता हो एंड च 5 क्वेश्चन तो बाद मैं सारे पूछता नहीं मैं कहना हूँ कि डॉक्टर साहब कोई नंबर दे दो जो क्योर करता हो मैडिकल साइंस च क्योर वर्ड एग्जिस्ट नहीं करता तो उन्होंने एक लॉ कढ़िया हो कह भी नहीं सकते ਜਿਹੜੇ ਲੋਕੀ ਚਾਹ ਦੇ ਐਡਿਕਟਡ ਨੇ ਉਹਨਾਂ ਨੂੰ ਇਹ ਨਹੀਂ ਪਤਾ ਕਿ ਉਹ ਚਾਹ ਦੇ ਐਡਿਕਟਡ ਨਹੀਂ ਹੈ ਉਹਨਾਂ ਨੂੰ ਪ੍ਰੋਬਲਮ ਕੁਝ ਹੋਰ ਹੈ ਆਪਾਂ ਜਦੋਂ ਵੀ ਕਦੇ ਕਨਸੈਂਟਰੇਟ ਕਰਦੇ ਹਾਂ ਆਪਣੀ ਮੈਂਟਲੀ ਫੋਕਸ ਹੈ ਆਪਾਂ ਨੂੰ ਕੋਈ ਚੀਜ਼ ਤੇ ਕਨਸੈਂਟਰੇਟ ਕਰਨ ਲਈ ਆਪਣੀ ਅਟੈਂਸ਼ਨ ਚਾਹੀਦੀ ਹੈ ਜੇ ਤੁਹਾਨੂੰ ਇੱਕ ਚੀਜ਼ ਆਂਦੀ ਬ੍ਰੇਨ ਫੌਗ ਉਹ ਪ੍ਰੋਬਲਮ ਹੈ ਤੁਹਾਨੂੰ ਚਾਹ ਕਰੇਵ ਹੁੰਦੀ ਹੈ ਹੈਵ ਯੂ ਸੀਨ ਕਈ ਲੋਕੀ ਕਿੰਨੇ ਲੋਕੀ ਜਿਹੜੇ ਸਵੇਰੇ ਉੱਠ ਕੇ ਚਾਹ ਤੋਂ ਬਿਨਾਂ ਉਹਨਾਂ ਦਿਨ ਅੱਛਾ ਨਹੀਂ ਨਿਕਲਦਾ ਹੈ ਨਾ ਅਗਰ ਉਹਨੂੰ ਸਵੇਰੇ ਚਾਹ ਨਾ ਮਿਲੇ ਨਾ ਦਿਨ ਅੱਛਾ ਨਿਕਲਦਾ ਥੈਂਕ ਯੂ ਇਹ ਕੀ ਹੈ ਇਹਦੇ ਪਿੱਛੇ ਕੋਈ ਕਾਰਨ ਹੈ ਕਿ ਤੁਹਾਨੂੰ ਹੁਣ ਮੇਰੀ ਆਪਣੀ ਸਿਸਟਰ ਹੈ ਜੀ ਉਹਨੂੰ ਅਗਰ ਚਾਹ ਨਾ ਮਿਲੇ ਸਵੇਰੇ ਤਾਂ 12 ਵਜੇ ਤੱਕ ਸਿਰ ਦਰਦ ਪੂਰਾ ਦਿਨ ਗਿਆ ਕਿਉਂ ਮੈਂ ਤਾਂ ਅੰਦਰਲੀ ਬੋਡੀ ਸਮਝਣਾ ਚਾਹੁੰਦਾ ਸੀ ਮੈਂ ਕਿਹਾ ਸਿਸਟਮ ਹੈ ਇਟ ਇਜ਼ ਨਥਿੰਗ ਬਟ ਅ ਮਸ਼ੀਨ ਅਗਰ ਦੇਖਿਆ ਜਾਏ ਮਸ਼ੀਨ ਹੈ ਇਹ ਜਿੰਨਾ ਕੰਪਲਿਕੇਟ ਕਰ ਲਓ ਹੈ ਨਾ ਜੋ ਮਰਜ਼ੀ ਇਹ ਇੱਕ ਜਿਹੜੀ ਕਨਵੈਨਸ਼ਨਲ ਮੈਡੀਕਲ ਸਾਇੰਸ ਹੈ ਉਹ ਕੀ ਕਰਦੀ ਜਿਹੜੀ ਚੀਜ਼ ਸਮਝ ਨਹੀਂ ਆਉਂਦੀ ਨਾ ਉਹਦਾ ਨਾਮ ਇੰਨਾ ਕੰਪਲਿਕੇਟ ਕਰ ਦੋ ਬੰਦਾ ਪਹਿਲਾਂ ਹੀ ਹੱਥ ਜੋੜ ਦੇ ਇਹ ਤਾਂ ਸਮਝ ਨਹੀਂ ਜਾ ਸਕਦੀ ਨਹੀਂ ਇਹ ਬੜੀ ਸਿੰਪਲ ਸਮਝੀ ਜਾ ਸਕਦੀ ਹੈ ਇਹ ਸਿੰਪਲ ਮਸ਼ੀਨ ਹੈ ਇਹ ਪਰ ਜਿਨ੍ਹਾਂ ਨੂੰ ਸਵੇਰੇ ਚਾਹ ਪੀਣ ਦਾ ਦਿਲ ਕਰਦਾ ਉਹਨਾਂ ਦੇ ਬੋਡੀ 'ਚ ਆਪਣੇ ਢਿੱਡ ਦੇ ਵਿੱਚ ਇੱਕ ਅੰਗ ਹੈ ਐਡਰੀਨਲਸ ਕਿਡਨੀ ਦੇ ਉੱਪਰ ਲੱਗੇ ਹੋਏ ਨੇ ਪੁੱਠੇ ਲੱਗੇ ਹੁੰਦੇ ਨੇ ਉਹ ਸਵੇਰੇ 7 ਵਜੇ ਇੱਕ ਹਾਰਮੋਨ ਬਣਾਉਂਦੇ ਨੇ ਕੋਰਟੀਸੋਲ ਉਹ ਤੁਹਾਨੂੰ ਅਵੇਕ ਕਰਨ ਦਾ ਰਿਸਪੌਂਸਿਬਲ ਹੈ ਜਿਹਦੇ ਕੋਲ ਨਹੀਂ ਬਣਦਾ ਉਹਨੂੰ ਉਹ ਓਰਲੀ ਲੈਣਾ ਪੈਂਦਾ ਸਿੰਪਲ ਜਿਹਾ ਲੌਜਿਕ ਹੈ ਕੋਰਟੀਸੋਲ ਦਾ ਕੀ ਪਰਪਸ ਹੈ ਤੁਹਾਨੂੰ ਸਤਰਕ ਕਰਨਾ ਹੈ ਨਾ ਆਪਾਂ ਸਾਰੀ ਚੀਜ਼ਾਂ ਨੂੰ ਜਾਵਾਂਗੇ ਤਾਂ ਮੈਂ 8 ਤੋਂ 12 ਕੱਪ ਚਾਹ ਵਾਲਾ ਬੰਦਾ ਸੀ 2 ਚਮਚ ਚੀਨੀ ਐਵਰੀ ਟਾਈਮ ਤੇ ਦੂਜੇ ਰੀਜ਼ਨ ਚਾਹ ਦੀ ਆਪਾਂ ਗੱਲ ਕਰੇ ਚਾਹ 'ਚ ਨਾ ਕਈ ਲੋਕਾਂ ਨੇ ਮੈਂ ਤਾਂ ਫਿੱਕੀ ਚਾਹ ਪੀਣਾ ਮਗਰ ਫਿਰ ਵੀ ਤਲਬ ਲੱਗਦੀ ਹੈ ਜਿਹੜਾ ਦੁੱਧ ਹੈ ਨਾ ਚਾਹ 'ਚ ਕਈ ਲੋਕਾਂ ਨੂੰ ਉਹਦੀ ਕ੍ਰੇਵਿੰਗ ਹੁੰਦੀ ਹੈ ਲੈਕਟੋਜ਼ ਇੱਕ ਚੀਨੀ ਹੈ ਤੁਸੀਂ ਸੋਚੋ ਤੁਸੀਂ ਫਿੱਕੀ ਚਾਹ ਪੀ ਰਹੇ ਹੋ ਮਗਰ ਉਹ ਐਕਚੁਅਲ 'ਚ ਮਿੱਠੀ ਹੈ ਤੇ ਤੁਸੀਂ ਦੁੱਧ ਨੂੰ ਉਬਾਲਣਾ ਸ਼ੁਰੂ ਕਰ ਦਿਓ ਨਾ ਉਹਨੂੰ ਕੰਸਨਟਰੇਟ ਕਰਨ ਨੂੰ ਬਿਲਕੁਲ ਚੀਨੀ ਵਰਗਾ ਮਿੱਠਾ ਹੁੰਦਾ ਕੜਿਆ ਦੁੱਧ ਕਿਉਂ ਆਪਾਂ ਨੇ ਉਸ 'ਚੋਂ ਕੀ ਕੱਢਤਾ ਪਾਣੀ ਕੱਢਤਾ ਐਕਚੁਅਲ 'ਚ ਉਹਦੇ 'ਚ ਕੀ ਹੈ ਲੈਕਟੋਜ਼ ਇੱਕ ਚੀਨੀ ਹੈ ਤਾਂ ਬੇਸਿਕਲੀ ਮੈਂ ਕੀ ਸਟੱਡੀ ਕਰਿਆ ਕਿ ਆਪਾਂ ਕੀ ਖਾ ਰਹੇ ਹਾਂ ਇੱਕ ਪੰਜਾਬੀ ਦੀ ਤੁੱਕ ਹੈ ਮੈਂ ਹਮੇਸ਼ਾ ਯੂਜ਼ ਕਰਦਾ ਹੁੰਦਾ ਜੈਸਾ ਅੰਨ ਵੈਸਾ ਤਨ ਵੈਸਾ ਮਨ ਇਹਦੇ 'ਚ ਕੋਈ ਕਿਸੇ ਨੂੰ ਕਨਫਿਊਜ਼ਨ ਤਾਂ ਨਹੀਂ ਇਹਦਾ ਕੀ ਮਤਲਬ ਹੈ ਅਤੇ ਇੱਕ ਹੋਰ ਚੀਜ਼ ਹੈ ਤੁਸੀਂ ਮੈਨੂੰ ਕਿਤੇ ਵੀ ਰੋਕ ਸਕਦੇ ਹੋ ਆਪਾਂ ਗੱਲਬਾਤ ਕਰ ਰਹੇ ਹਾਂ ਜੇ ਮੈਂ ਕੋਈ ਚੀਜ਼ ਸਮਝਾਈ ਤੁਹਾਨੂੰ ਗੱਲ ਪੱਲੇ ਨਹੀਂ ਪਈ ਉਹਦਾ ਕੋਈ ਮਜ਼ਾ ਨਹੀਂ ਹੈ ਉਸ ਤੋਂ ਅੱਗੇ ਜਾਣ ਦਾ ਹੈ ਨਾ ਜਿੱਥੇ ਤੁਹਾਨੂੰ ਲੱਗਿਆ ਕਿ ਰਵਿੰਦਰ ਗੱਲ ਦਾ ਮਤਲਬ ਨਹੀਂ ਸਮਝ ਆਇਆ ਕਈ ਵਾਰ ਮੈਂ ਪੰਜਾਬੀ 'ਚ ਗੂੜੀ ਪੰਜਾਬੀ ਬੋਲ ਜਾਂਦਾ ਤਾਂ ਤੁਸੀਂ ਮੈਨੂੰ ਉੱਥੇ ਵੀ ਰੋਕ ਸਕਦੇ ਹੋ ਆਪਾਂ ਤਾਂ ਸਿੰਪਲ ਪਰਪਸ ਕੀ ਹੈ ਜਾਂ ਆਪਾਂ ਕਿਉਂ ਇਕੱਠੇ ਹੋਏ ਹਾਂ ਹਾਂਜੀ ਮਨੀਸ਼ ਜੀ ਅਗਰ ਆਪਾਂ ਪਰਪਸ ਹਮੇਸ਼ਾ ਸਭ ਤੋਂ ਪਹਿਲਾਂ ਪਰਪਸ ਤੇ ਉਹ ਜਿਹੜੀ ਗੱਲ ਹੋਏਗੀ ਪਰਪਸ ਪੂਰਾ ਹੋਣਾ ਚਾਹੀਦਾ ਹਰ ਇੱਕ ਬੰਦਾ ਸਿਹਤਮੰਦ ਹੋਣਾ ਚਾਹੁੰਦਾ ਹਰ ਇੱਕ ਬੰਦਾ ਜਿਹੜਾ ਬੰਦਾ ਪੈਸੇ ਕਮਾਉਂਦਾ ਉਹ ਵੀ ਜਿਹੜਾ ਪੈਸੇ ਨਹੀਂ ਕਮਾਉਂਦਾ ਉਹ ਵੀ ਸੈਕਿੰਡ ਬੈਸਟ ਪਰਪਸ ਇਨ ਲਾਈਫ ਮੈਂ ਲੋਕਾਂ ਦੇਖਿਆ ਉਹ ਹੈਲਦੀ ਰਹਿਣਾ ਇਹ ਚੀਜ਼ ਨਾਲ ਕੋਈ ਐਗਰੀ ਕਰਦਾ ਮੇਰੇ ਨਾਲ ਕਿ ਤੁਸੀਂ ਹੈਲਦੀ ਰਹਿਣਾ ਚਾਹੁੰਦੇ ਹੋ ਕੌਣ ਐਗਰੀ ਕਰਦਾ ਠੀਕ ਹੈ ਜੀ ਤੇ ਹੁਣ ਇਸ 'ਚ ਇੱਕ ਪ੍ਰੋਬਲਮ ਹੈ ਹੈਲਦੀ ਹੋਣ 'ਚ 90% ਐਡਵਾਈਸ ਜਿਹੜੀ ਮਿਲਦੀ ਹੈ ਉਹ ਸ਼ਾਰਟ ਟਰਮ ਐਡਵਾਈਸ ਮਿਲਦੀ ਹੈ ਮੈਂ ਨਾਮ ਨਹੀਂ ਲੈਂਦਾ ਕਿਸੇ ਦਾ ਮਗਰ ਕੰਪਨੀ ਕਹਿੰਦੀ ਤੁਸੀਂ ਆਹ ਡੱਬੇ ਦੇ ਚੋਂ ਕੱਢ ਕੇ ਫੂਡ ਖਾਓ ਤੁਸੀਂ ਸਿਹਤਮੰਦ ਹੋ ਜਾਓਗੇ ਤੁਸੀਂ ਇਹ ਚੀਜ਼ ਕਿੰਨੀ ਦੇਰ ਫੋਲੋ ਕਰ ਸਕਦੇ ਹੋ ਬਹੁਤ ਮੋਟੀਵੇਟਡ ਬੰਦਾ 6 ਮਹੀਨੇ ਕਰ ਲੈਂਦਾ 6 ਮਹੀਨੇ ਬਾਅਦ ਉਹ ਕੀ ਕਰਦਾ 9 ਮਹੀਨੇ ਤੋਂ ਬਾਅਦ ਕੀ ਕਰਦਾ ਉਹ ਕਹਿੰਦਾ ਨਹੀਂ ਯਾਰ ਤਾਂ ਉਹ ਲਾਈਫ ਸਟਾਈਲ ਚੇਂਜ ਨਹੀਂ ਹੈ ਉਹ ਟੈਂਪਰੇਰੀ ਕ੍ਰੈਸ਼ ਕੋਰਸ ਹੋ ਗਿਆ ਕ੍ਰੈਸ਼ ਡਾਈਟ ਹੋ ਗਈ ਜਦੋਂ ਵੀ ਆਪਾਂ ਨੇ ਕੋਈ ਚੀਜ਼ ਸਿਹਤਮੰਦ ਹੋਣ ਲਈ ਜਾਂ ਕੋਈ ਵੀ ਚੀਜ਼ ਹੈ ਅਗਰ ਤੁਸੀਂ ਲਾਈਫ ਸਟਾਈਲ ਨਹੀਂ ਬਣਾ ਸਕਦੇ ਤਾਂ ਉਹ ਐਕਚੁਅਲ ਐਡਵਾਈਸ ਉਹ ਤੁਹਾਡੇ ਲਈ ਹਾਰਮਫੁਲ ਹੈ ਹੁਣ ਬੜੇ ਲੋਕ ਮੈਂ ਵੀ ਕਰਿਆ ਜੀ ਇੱਕ ਕੰਪਨੀ ਹੈ ਬਹੁਤ ਵੱਡੀ ਵੇਟ ਲਾਸ ਦੀ ਕੰਪਨੀ ਮੈਨੇ ਇਸ ਤੋਂ 3-4 ਦਫਾ ਨਹੀਂ 7-8 ਸਾਲ ਪਹਿਲਾਂ ਟਰਾਈ ਕਰੀ ਸੀ ਉਹ ਡੱਬਾ ਖਰੀਦਿਆ ਬੜਾ ਮਹਿੰਗਾ ਕਰ ਲਿਆ ਜੀ 3 ਮਹੀਨੇ ਬਾਅਦ ਮੈਨੂੰ ਡੱਬਾ ਬਹੁਤ ਮਹਿੰਗਾ ਲੱਗਣ ਲੱਗ ਗਿਆ ਕਿਉਂਕਿ ਉਹ ਮੈਂ ਲਾਈਫ ਟਾਈਮ ਨਹੀਂ ਕਰ ਸਕਦਾ ਹੁਣ ਤਾਂ ਬਾਅਦ 'ਚ ਜਦੋਂ ਤੁਸੀਂ ਸਟੱਡੀ ਕਰੀ ਉਹ ਡੱਬਾ ਜ਼ਿੰਦਗੀ 'ਚ ਕਿਸੇ ਨੂੰ ਖਾਣਾ ਨਹੀਂ ਚਾਹੀਦਾ ਉਹਦੇ 'ਚ ਫੂਡ ਨਹੀਂ ਹੈ ਇਟ ਇਜ਼ ਪ੍ਰੀਜ਼ਰਵੇਟਿਵਸ ਤਾਂ
ਕਿਸੇ ਦੇ ਨਾਲ ਆਪਣਾ ਕੋਈ ਲੜਾਈ ਨਹੀਂ ਹੈ ਕੰਪਨੀ ਨਾਲ, ਮਗਰ ਆਪਾਂ ਉਹ ਚੀਜ਼ ਲੱਭਣੀ ਹੈ ਜਦੋਂ ਵੀ ਕੋਈ ਹੈਲਥ ਰਿਲੇਟਡ ਆਪਾਂ ਐਡਵਾਈਸ ਲੈਣੀ ਹੈ, ਇਟ ਸ਼ੁੱਡ ਬੀ ਅ ਲਾਈਫ ਸਟਾਈਲ, ਤਾਂ ਕਿ ਮੈਂ ਉਹਨੂੰ ਫੋਲੋ ਪੂਰੀ ਜ਼ਿੰਦਗੀ ਕਰ ਸਕਾਂ। ਅਗਰ ਮੈਂ ਤੁਹਾਨੂੰ ਪੁੱਛਾਂ ਕਿ ਤੁਹਾਨੇ ਬੀਪੀ ਠੀਕ ਕਰਨਾ ਹੈ, ਕਹਿੰਦਾ ਹਾਂਜੀ 3 ਮਹੀਨੇ ਲਈ ਠੀਕ ਕਰਨਾ ਹੈ, 3 ਸਾਲ ਲਈ ਠੀਕ ਕਰਨਾ ਹੈ, ਕਿ ਪੂਰੀ ਜ਼ਿੰਦਗੀ ਲਈ ਠੀਕ ਕਰਨਾ ਹੈ। ਸੇਮ ਬਲੱਡ ਪ੍ਰੈਸ਼ਰ ਦੀ ਗੱਲ ਆ ਗਈ ਤਾਂ ਡਾਇਬੀਟੀਜ਼ ਦੀ ਗੱਲ ਆ ਗਈ। ਤਾਂ ਸਭ ਤੋਂ ਪਹਿਲਾਂ ਕੋਈ ਵੀ ਚੀਜ਼ ਜੋ ਮੈਂ ਕਰੂੰਗਾ ਉਹ ਮੈਂ ਲਾਈਫ ਸਟਾਈਲ ਫੋਲੋ ਕਰਨ ਲਈ ਕਰੂੰਗਾ ਫॉर द ਲਾਈਫ ਟਾਈਮ, ਹੈ ਨਾ। ਤਾਂ ਜਦੋਂ ਮੈਂ ਇਸ ਚੀਜ਼ ਨੂੰ ਸਟੱਡੀ ਕਰਿਆ, ਮੈਨੂੰ ਇਹ ਲੱਗਿਆ ਕਿ 90% ਐਡਵਾਈਸ ਜਿਹੜੀ ਮਿਲਦੀ ਹੈ ਔਨ ਦ ਫੀਲਡ ਆਫ ਹੈਲਥ, 99% ਉਹ ਕ੍ਰੈਸ਼ ਐਡਵਾਈਸ ਹੈ। ਤੁਸੀਂ ਇਹ ਕਰੋ ਠੀਕ ਹੋ ਜਾਓਗੇ, ਮਗਰ ਉਸ ਤੋਂ ਬੰਦਾ ਕਹਿੰਦਾ ਮੈਂ ਤਾਂ ਵਾਪਸ ਆਉਣਾ ਨਾ, ਆਪਣੇ ਘਰ 'ਚ ਖਾਣਾ ਮੈਂ ਤਾਂ ਮੇਰਾ ਪਹਿਲਾ ਉਦੇਸ਼, ਮੇਰਾ ਗੋਲ ਸੀ ਕਿ ਮੈਂ ਆਪਣੇ ਘਰ ਦਾ ਖਾਣਾ ਖਾ ਕੇ ਜੋ ਮੇਰੇ ਘਰ 'ਚ ਬਣ ਸਕੇ, ਜਿਹੜਾ ਕਿ ਮੇਰੇ ਬਜਟ 'ਚ ਵੀ ਹੋਵੇ ਅਫਕੋਰਸ, ਉਹਦੇ ਨਾਲ ਮੈਂ ਹੈਲਦੀ ਰਹਿਣਾ ਪੂਰੀ ਜ਼ਿੰਦਗੀ। ਸੋ ਆਈ ਟਰਾਈਡ ਇਟ ਆਊਟ। ਮੈंने 4 ਮਹੀਨੇ ਆਪਣੇ ਆਪ 'ਤੇ ਐਕਸਪੈਰੀਮੈਂਟ ਕਰਿਆ। ਮੈਨੂੰ ਪਤਾ ਲੱਗਿਆ ਇੱਕ ਕੰਡੀਸ਼ਨ ਹੈ, ਉਹਦੇ ਬਾਰੇ ਨਾਮ ਦੱਸ ਦੇਣਾ। ਆਪਣੇ ਜਿਹੜੀ ਹੁਣੇ ਹਾਰਮੋਨ ਦੀ ਗੱਲ ਕਰੀ ਨਾ, ਕੋਰਟੀਸੋਲ ਜਿਹੜਾ ਕਿਡਨੀ ਦੇ ਉੱਪਰ ਗਲੈਂਡ ਲੱਗਿਆ, ਐਡਰੀਨਲ ਗਲੈਂਡਸ ਕਹਿੰਦੇ ਉਹਨੂੰ। ਐਡਰੀਨਲ ਗਲੈਂਡਸ ਹਾਰਮੋਨ ਬਣਾਉਂਦੇ ਨੇ ਕਈ ਤਰੀਕੇ ਦੇ, ਉਹਨਾਂ ਦਾ ਕੰਮ ਹੈ ਤੁਹਾਨੂੰ ਸ਼ਾਂਤ ਕਰਨਾ। ਜੇ ਤੁਸੀਂ ਭੱਜਦੇ ਹੋ, ਐਗਜ਼ਾਮਪਲ ਦੇਣਾ, ਸਾਹ ਚੜ੍ਹਦਾ ਹੈ, ਫਿਰ ਸਾਹ ਮੁੜਦਾ ਹੈ। ਕਈ ਲੋਕਾਂ ਦਾ ਸਾਹ ਮੁੜਦਾ ਹੀ ਨਹੀਂ, ਕਈਆਂ ਦਾ ਵਿਦਿਨ 30 ਸੈਕਿੰਡਸ ਬਿਲਕੁਲ ਨਾਰਮਲ। ਇਹ ਇੱਕ ਗਲੈਂਡ ਹੈ, ਇਹਨੂੰ ਕਹਿੰਦੇ ਐਡਰੀਨਲ ਗਲੈਂਡ, ਪੁੱਠਾ ਲੱਗਿਆ ਹੁੰਦਾ ਕਿਉਂਕਿ ਕਿਡਨੀ ਬੀਨਸ ਵਰਗੀ, ਸ਼ਰਾਜਮ ਦੇ ਵਰਗੀ ਸ਼ੇਪ ਹੁੰਦੀ, ਉਹਦੇ ਉੱਪਰ ਟੌਪ 'ਤੇ ਲੱਗਿਆ ਹੋਇਆ। ਜਿੰਨੇ ਲੋਕਾਂ ਨੂੰ ਸਟੀਰੋਇਡਸ ਦੇਣੇ ਪੈਂਦੇ ਆ, ਉਹਨਾਂ ਦੇ ਇਹ ਹਾਰਮੋਨਸ ਕੰਮ ਨਹੀਂ ਕਰ ਰਹੇ, ਕੋਰਟੀਸੋਲ ਕੰਮ ਨਹੀਂ ਕਰ ਰਿਹਾ। ਤਾਂ ਮੈਨੂੰ ਪਤਾ ਲੱਗਿਆ ਜਦੋਂ ਮੈਂ ਸਟੱਡੀ ਕਰੀ, ਮੇਰੇ ਐਡਰੀਨਲ ਹਾਰਮੋਨਸ ਟੋਟਲੀ ਬਰਨਡ ਆਊਟ ਸੀ। ਬਰਨਡ ਆਊਟ ਹੁੰਦਾ ਇਨਐਕਟਿਵ, ਉਹ ਕੰਮ ਨਹੀਂ ਕਰ ਰਹੇ ਸੀਗੇ। ਇਹਦੇ ਕਈ ਐਗਜ਼ਾਮਪਲ ਨੇ, ਜਿਵੇਂ ਦਰਵਾਜ਼ਾ ਲੌਕ ਕਰਿਆ, ਆ ਕੇ ਸੋ ਗਏ, ਫਿਰ ਦਿਮਾਗ 'ਚ ਖਿਆਲ ਆਇਆ ਦਰਵਾਜ਼ਾ ਲੌਕ ਕਰਿਆ ਸੀ, ਜਾਂ ਕਿਸੇ ਨੇ ਕੋਈ ਗੱਲ ਕਹਿਤੀ ਥੋੜੀ ਨੈਗੇਟਿਵ, ਉਹ ਤੁਹਾਡੇ 3 ਦਿਨ ਦਿਮਾਗ ਚੱਲੀ ਗਈ। ਐਡਰੀਨਲ ਹਾਰਮੋਨਸ ਜਿਵੇਂ ਹੁਣ ਪੌੜੀਆਂ ਚੜ੍ਹੇ, ਜਿਹੜੇ ਲੋਕਾਂ ਨੂੰ ਪੌੜੀਆਂ ਚੜ੍ਹਦੇ ਗੋਡੇ ਦੁਖਦੇ ਨੇ ਜਾਂ ਉਹਨਾਂ ਦੀ ਲੱਤਾਂ ਭਾਰੀ ਫੀਲ ਹੁੰਦੀਆਂ ਨੇ, ਐ ਨਹੀਂ ਜਿੰਨਾ ਮਰਜ਼ੀ ਤੋੜ ਲਓ, ਪੌੜੀਆਂ ਨਹੀਂ ਚੜ੍ਹਦੇ, ਇਨਕਲਾਈਨ, ਐਡਰੀਨਲ ਹਾਰਮੋਨਸ ਖਰਾਬ ਨੇ। ਮੈਨੂੰ ਪਤਾ ਲੱਗਿਆ ਜਦੋਂ ਮੈਂ 1.5-2 ਮਹੀਨੇ ਇਸ ਚੀਜ਼ 'ਚ ਵੜ ਗਿਆ, ਆਪਣੇ ਆਪ 'ਤੇ ਐਕਸਪੈਰੀਮੈਂਟ ਕਰੇ ਕਿ ਮੇਰੇ ਐਡਰੀਨਲ ਹਾਰਮੋਨਸ ਖਤਮ ਸੀਗੇ। ਉਹਦੇ ਕਰਕੇ ਮੈਨੂੰ ਚਾਹ ਦੀ ਤਲਬ ਸੀਗੀ, ਚਾਹ ਮੇਰੀ ਬੋਡੀ ਮੰਗਦੀ ਸੀ। ਕਈ ਲੋਕੀ ਜਿਵੇਂ ਬਾਹਰਲੇ ਮੁਲਕਾਂ ਦੇਖਿਓ ਤੁਸੀਂ, ਕਾਫੀ ਸ਼ਾਪ 'ਤੇ ਲਾਈਨ ਹੁੰਦੀ ਹੈ 40-40 ਬੰਦਿਆਂ ਦੀ, ਉਹਦਾ ਰੀਜ਼ਨ ਹੈ ਕੋਰਟੀਸੋਲ ਬਣਨ ਰਿਹਾ। ਅਤੇ ਅੱਜ ਦੇ ਸਰਕਮਸਟਾਂਸਿਸ ਜਿਹੀ ਜਗ੍ਹਾ 'ਤੇ ਆਪਾਂ ਰਹਿ ਰਹੇ ਹਾਂ, ਕਿਸੇ ਕੋਲ ਸਟ੍ਰੈਸ ਨਾ ਹੋਵੇ ਉਹ ਆਲਮੋਸਟ ਇੰਪੋਸੀਬਲ ਹੈ। ਤਾਂ ਜਿਵੇਂ ਹੈਲਥ ਦੇ ਮਾਮਲੇ 'ਚ ਤੁਸੀਂ ਹਰ ਰੋਜ਼ ਬਿਮਾਰ ਹੋ ਰਹੇ ਹੋ, ਮਗਰ ਤੁਸੀਂ ਖਾਣਾ ਐਸਾ ਖਾ ਰਹੇ ਹੋ ਜਿਹੜਾ ਉਸ ਨੂੰ ਕੰਟਰੀਬਿਊਟ ਕਰ ਰਿਹਾ, ਉਹਨੂੰ ਘਟਾ ਨਹੀਂ ਰਿਹਾ। ਐਗਜ਼ਾਮਪਲ ਤੁਸੀਂ 4 ਪੌੜੀਆਂ ਚੜ੍ਹੇ, ਆਪਣੀ ਡਾਈਟ ਇਹੀ ਹੋਣੀ ਚਾਹੀਦੀ ਕਿ 6 ਪੌੜੀਆਂ ਹਰ ਰੋਜ਼ ਉਤਾਰ ਦੇ, ਮਗਰ ਅੱਜ ਕੱਲ੍ਹ ਖਾਣਾ ਹੈ ਕਿ ਤੁਸੀਂ 4 ਪੌੜੀਆਂ ਚੜ੍ਹੇ ਨੈਗੇਟਿਵ, ਉਹ 2 ਉੱਪਰ ਹੋਰ ਚੜ੍ਹਾ ਦਿੰਦੀ ਹੈ। ਅਗਰ ਲੌਜਿਕਲੀ ਦੇਖਿਆ ਜਾਏ ਤਾਂ ਆਪਾਂ ਅਨਹੈਲਦੀ ਹੋ ਰਹੇ। ਤਾਂ ਮੇਰਾ ਪਰਪਸ ਸੀ ਕਿ ਹੈਲਥ, ਡਾਈਟ, ਲਾਈਫ ਸਟਾਈਲ ਸਮਝਣਾ। ਤਾਂ ਜਦੋਂ ਮੈਂ 6 ਮਹੀਨੇ 4 ਮਹੀਨੇ ਦੇ ਵਿੱਚ ਮੈਨੂੰ ਪਤਾ ਲੱਗਿਆ ਕਿ ਮੈंने ਆਪਣੇ ਐਡਰੀਨਲ ਹਾਰਮੋਨਸ ਠੀਕ ਕਰ ਲਏ। ਉਹਦਾ ਐਗਜ਼ਾਮਪਲ ਹੈ, ਮੈਂ ਆਪਣੀ ਐਕਸਰਸਾਈਜ਼ ਕਰਕੇ ਦੇਖੀ। ਮੈਂ ਐਕਸਰਸਾਈਜ਼ ਕਰੀ, ਜਿਵੇਂ ਅਸੀਂ ਬਾਈਸਾਈਕਲਿੰਗ ਕਰਦੇ ਸੀ, ਜਿੰਨੀ ਮਰਜ਼ੀ ਹਾਰਡ ਬਾਈਸਾਈਕਲਿੰਗ ਤੋਂ 30 ਸੈਕਿੰਡਸ ਦੇ ਵਿੱਚ ਮੇਰੀ ਬ੍ਰੈਥ ਬਿਲਕੁਲ ਨਾਰਮਲ, ਕਿਉਂਕਿ ਉਹ ਕੋਰਟੀਸੋਲ ਬਣਿਆ, ਉਹਨੇ ਆਪਾਂ ਨੂੰ ਦੁਬਾਰਾ ਸ਼ਾਂਤ ਕਰਤਾ। ਹੁਣ 90% ਲੋਕ ਜਿਹੜੇ ਘਰ ਆਉਂਦੇ ਆ ਸਟ੍ਰੈਸ ਲੈ ਕੇ ਕੰਮ ਤੋਂ, ਅਤੇ ਉਹਨਾਂ ਨੂੰ ਅਲਕੋਹਲ ਦੀ ਲੋੜ ਪੈਂਦੀ ਹੈ ਸੌਣ ਲਈ। ਉਹਦੇ ਪਿੱਛੇ ਸੇਮ ਗੱਲ ਹੈ, ਉਹਨਾਂ ਦਾ ਸਟ੍ਰੈਸ ਬਣਦਾ ਹੈ ਮਗਰ ਬੋਡੀ ਕਾਊਂਟਰ ਨਹੀਂ ਕਰ ਸਕਦੀ, ਕਾਊਂਟਰ ਉਹਨਾਂ ਨੂੰ ਬਿਠਾ ਨਹੀਂ ਸਕਦੀ। ਤਾਂ ਉਹਨਾਂ ਨੂੰ ਨੀਂਦ ਦੀ ਗੋਲੀ ਜਾਂ ਸਟਿਮੂਲੈਂਟ ਵੀ ਦੱਸਦਾ, ਜਿਹੜਾ ਬੰਦਾ ਸ਼ਰਾਬ ਪੀਂਦਾ ਸੌਣ ਲਈ ਜਾਂ ਰਿਲੈਕਸ ਹੋਣ ਲਈ, ਉਹ ਉਹਨੂੰ ਐਜ਼ ਅ ਸੈਡੇਟਿਵ ਯੂਜ਼ ਕਰਦਾ। ਸੈਡੇਟਿਵ ਹੁੰਦਾ ਜਿਹੜਾ ਆਪਾਂ ਨੂੰ ਦੁਬਾਰਾ ਕਾਮ ਕਰਦੇ। ਤਾਂ ਉਹਨਾਂ ਦੇ ਐਡਰੀਨਲ ਹਾਰਮੋਨਸ ਦਾ ਉਹੀ ਕੰਡੀਸ਼ਨ ਹੈ ਕਿ ਉਹਨਾਂ ਨੂੰ ਸਟ੍ਰੈਸ ਆਉਂਦਾ ਹੈ, ਟੈਨਸ਼ਨ ਆਉਂਦੀ ਹੈ, ਮਗਰ ਉਹ ਵਾਪਸ ਨਾਰਮਲ ਨਹੀਂ ਹੋ ਪਾਉਂਦੇ। ਤਾਂ ਉਸ ਕੇਸ 'ਚ ਬੰਦੇ ਨੂੰ ਕਈ ਚੀਜ਼ਾਂ ਕਰਨੀਆਂ ਪੈਂਦੀਆਂ ਜਿਹਦੇ ਕੋਲ ਉਹ ਹਾਰਮੋਨ ਨਹੀਂ ਹੈ। ਅਗਰ ਜ਼ਿਆਦਾ ਗੱਲ ਬਾਜੇ, ਡਾਕਟਰ ਤੁਹਾਨੂੰ ਸਟੀਰੋਇਡਸ 'ਤੇ ਪਾਉਂਦਾ ਹੈ। ਜਿਨ੍ਹਾਂ ਨੂੰ ਵੀ ਸਟੀਰੋਇਡਸ ਦੀ ਲੋੜ ਪੈਂਦੀ ਹੈ ਐਂਡ 'ਚ, ਉਹਨਾਂ ਨੂੰ ਇੱਕ ਪਹਿਲੀ ਗੱਲ ਹੈ ਉਹਨਾਂ ਦਾ ਐਡਰੀਨਲ ਹਾਰਮੋਨ ਨਹੀਂ ਬਣਦਾ, ਕਿਉਂਕਿ ਐਡਰੀਨਲ ਹਾਰਮੋਨ ਬਣਾ ਕੇ ਤੁਹਾਨੂੰ ਸ਼ਾਂਤ, ਸਟ੍ਰੈਸ ਤੋਂ ਕੱਟਦਾ। ਜਿਹੜੀ ਇਨਫਲੇਮੇਸ਼ਨ ਪੇਨ ਹੁੰਦੀ ਹੈ, ਗੋਡਿਆਂ ਦੇ ਵੀ ਸਟੀਰੋਇਡ ਦੇ ਇੰਜੈਕਸ਼ਨ ਲਾਉਣ ਲੱਗੇ ਅੱਜ ਕੱਲ੍ਹ ਡਾਕਟਰ, ਕਿਉਂ ਲਾਉਂਦੇ? ਕਿਉਂਕਿ ਉਹਨਾਂ ਦਾ ਸਟ੍ਰੈਸ ਜਾਂਦਾ ਹੀ ਨਹੀਂ। ਤਾਂ ਇਹ ਚੀਜ਼ਾਂ ਲੱਭੀਆਂ ਮੈਨੇ, ਅਤੇ ਫਨੀ ਨਾ ਮੈਂ ਤਾਂ ਉਸ ਵਕਤ ਕੰਸਲਟੇਸ਼ਨ ਕਰਦਾ ਸੀ ਐਜ਼ ਅ ਸਟ੍ਰੈਸ ਕਾਊਂਸਲਰ। ਜਦੋਂ ਮੈਂ ਬਹੁਤ ਪਤਲਾ ਹੋ ਗਿਆ, ਜਦੋਂ ਮੈਂ ਬਹੁਤ ਸੋਹਣੇ ਰਿਜ਼ਲਟ ਲੈ ਲਏ ਆਪਣੇ ਆਪ 'ਚ, ਬਹੁਤ ਲੋਕੀ ਮੇਰੇ ਤੋਂ ਐਡਵਾਈਸ ਮੰਗਣ ਲੱਗੇ। ਦੈਟਸ ਹਾਊ ਆਈ ਗੋਟ ਇਨਟੂ ਇਟ। ਤਾਂ ਮੈਂ ਬਾਹਰੋਂ ਉਸ ਵਕਤ ਮੈਂ ਸਾਊਥ ਅਫਰੀਕਾ ਤੋਂ ਆਇਆ ਸੀ, ਮੈਂ ਡਾਈਟ ਉਵੇਂ ਦੀ ਖਾਂਦਾ ਸੀ। ਮੈंने ਆਪਣੀ ਡਾਈਟ ਉਸ ਤਰੀਕੇ ਨਾਲ ਬਣਾਈ। ਮੇਰੇ ਹੱਥ 'ਚ ਇੱਕ ਪ੍ਰੋਬਲਮ ਆਈ ਕਿ ਹਿੰਦੁਸਤਾਨ 'ਚ ਮੇਰੇ ਦੋਸਤਾਂ ਮਿੱਤਰਾਂ ਨੇ, ਵਕੀਲ ਸਾਹਿਬ ਨੇ, ਹੈ ਨਾ, ਮੇਰੇ ਤੋਂ ਐਡਵਾਈਸ ਮੰਗੀ ਕਿ ਮੈਂ ਕੀ ਖਾਵਾਂ। ਮੈਨੂੰ ਬੜੀ ਪ੍ਰੋਬਲਮ ਹੋਈ ਕਿਉਂਕਿ ਮੈਂ ਵਰਕਆਊਟ ਕਰਿਆ ਹੋਇਆ ਸੀ ਉਸ ਤਰੀਕੇ ਨਾਲ।
मैं तो अपने लिए काम कर रहा सी। ਤਾਂ ਉਹ 15 ਕੁ ਲੋਕਾਂ ਨੂੰ ਮੈਂ ਆਪ ਜਿਵੇਂ ਕਹ ਲਓ ਪਹਿਲੀ ਵਾਰੀ ਕੰਸਲਟੇਸ਼ਨ ਦੇਣੀ ਸ਼ੁਰੂ ਕਰੀ ਕਿ ਉਹਨਾਂ ਨੂੰ ਕੀ ਖਾਣਾ ਚਾਹੀਦਾ, ਜਿਸ 'ਚ ਮੇਰੀ ਆਪਣੀ ਸਿਸਟਰ ਸੀ, ਮੇਰੇ ਮਦਰ ਸੀ, ਮੇਰੇ ਸਾਲਾ ਸਾਹਿਬ ਸੀ, ਸਾਡੇ ਵਕੀਲ ਸਾਹਿਬ ਸੀ। ਪਹਿਲੀ ਜਿੱਤ ਹੋਈ ਕਿਉਂਕਿ ਮੈਨੂੰ ਕੋਈ ਡਾਇਬਟੀਜ਼ ਸੀ ਨਹੀਂ, ਮੈਂ ਕਿਹੜਾ ਗੋਲੀ ਖਾ ਰਿਹਾ ਸੀ, ਮਗਰ ਸਾਡੇ ਵਕੀਲ ਸਾਹਿਬ ਸੀ। ਮੈਂ ਉਹਨਾਂ ਨੂੰ ਐਡਵਾਈਸ ਦਿੱਤੀ, 7ਵੇਂ ਦਿਨ ਉਹਨਾਂ ਦੀ ਡਾਇਬਟੀਜ਼ ਦੀ ਗੋਲੀ ਛੁੱਟ ਗਈ। ਮੈਂ ਬੜਾ ਹੈਰਾਨ ਹੋਇਆ, ਮੈਂ ਕਿਹਾ ਯਾਰ ਇਹ ਕਿਵੇਂ ਹੋ ਸਕਦਾ ਹੈ। ਆਈ ਵਾਜ਼ ਵੈਰੀ ਸਰਪ੍ਰਾਈਜ਼ਡ। ਮਦਰ ਨੂੰ ਗੋਡੇ ਡਾਕਟਰ ਨੇ ਕਿਹਾ ਸੀ ਇੱਕ ਗੋਡਾ ਖਰਾਬ ਸੀ, ਉਹਨੂੰ ਦੋਨੋਂ ਇਕੱਠੇ ਪਵਾ ਲਓ। ਮਦਰ ਨੂੰ ਮੇਰੇ ਕਮਰੇ 'ਚ, ਮੇਰਾ ਜਿਹੜਾ ਰੂਮ ਹੈ ਉਹ 17 ਪੌੜੀਆਂ ਚੜ੍ਹ ਕੇ ਹੈ, ਉਹਨਾਂ ਨੂੰ 10-15 ਸਾਲ ਹੋ ਗਏ ਸੀ, ਉੱਪਰ ਕਦੇ ਆਏ ਨਹੀਂ ਸੀ। ਮੈਂ ਉਹਨਾਂ ਨੂੰ 7 ਵਾਰੀ ਦਿਨ 'ਚ ਆਪਣੇ ਕਮਰੇ 'ਚ ਬੁਲਾ ਕੇ ਮੋੜ ਦਿੰਦਾ ਸੀ, ਕੋਈ ਟੈਨਸ਼ਨ ਨਹੀਂ ਸੀ। ਸਿਸਟਰ ਨੂੰ ਪੀਰੀਅਡਸ ਰਿਲੇਟਡ ਇਸ਼ੂ ਸੀ, ਜਦ ਵੀ ਉਹਨੂੰ ਪੀਰੀਅਡਸ ਆਉਂਦੇ ਸੀ ਉਹ ਹਸਪੀਟਲਾਈਜ਼ ਹੋ ਜਾਂਦੀ ਸੀ, ਉਹਦੇ ਇੰਨੀ ਕੁ ਸਟਮਕ ਏਕ ਹੁੰਦੀ ਸੀਗੀ। ਅਸੀਂ ਹੈਰਾਨ ਸੀਗੇ, ਹੈ ਨਾ। ਮੈਂ ਉਹਨੂੰ ਜਦੋਂ ਆਪਣੀ ਸਾਰਿਆਂ ਨੇ ਸ਼ੁਰੂ ਕਰਿਆ ਸੀ ਕਿ ਕੋਈ ਕਹਿੰਦਾ ਸੀ ਵੇਟ ਘਟਾਉਣ ਲਈ, ਮਗਰ ਮੈਨੂੰ ਨਹੀਂ ਪਤਾ ਸੀਗਾ ਇਟਸ ਨਾਟ ਓਨਲੀ ਅਬਾਊਟ ਵੇਟ ਲਾਸ। ਸਿਸਟਰ ਨੂੰ 100% ਪ੍ਰੋਬਲਮ ਸੋਲਵ ਹੋ ਗਈ। ਤਾਂ ਬੇਸਿਕਲੀ ਉਹਦੀ PCOD PCOS ਹੋਣ ਵਾਲੀ ਕੰਡੀਸ਼ਨ ਜਾਂ ਸ਼ਾਇਦ ਸੀ ਵੀ, ਅਸੀਂ ਜਿਹੜਾ ਟੈਸਟ ਕਰਾਇਆ ਸੀ ਉਹ ਰਿਵਰਸ ਹੋ ਗਈ। ਜਿਹੜਾ ਮੇਰਾ ਕਜ਼ਨ ਸਾਲਾ ਸੀ, ਯੰਗ ਮੁੰਡਾ, ਉਸ ਵਕਤ ਉਹ 30 ਸਾਲ ਦਾ ਹੋਣਾ, ਉਹਨੂੰ ਲਿਵਰ ਦੀ ਕੰਡੀਸ਼ਨ ਸੀ, ਫੈਟੀ ਲਿਵਰ। ਉਹ ਵੀ ਘੱਟੋ ਘੱਟ 7 ਸਾਲ ਤੋਂ ਜਦ ਉਹ ਕਾਲਜ 'ਚ ਉਹਨੂੰ ਡਾਇਗਨੋਸ ਹੋਈ ਸੀ, ਉਹਨੇ ਦੁਨੀਆ ਦੀ ਕੋਈ ਚੀਜ਼ ਨਹੀਂ ਛੱਡੀ ਸੀ ਆਪਣਾ ਲਿਵਰ ਨੂੰ ਕਿ ਉਹਦੇ SGOT PT ਨੀਚੇ ਰੱਖਣ ਕਿਸ ਤਰੀਕੇ ਨਾਲ। ਉਹਨੇ ਮੇਰੀ ਐਡਵਾਈਸ ਮੰਨੀ ਅਤੇ ਅਸੀਂ ਹੈਰਾਨ ਹੋ ਗਏ ਕਿ ਸਾਰੇ ਟੈਸਟ ਨੋਰਮਲ। ਤਾਂ ਪਹਿਲੀ ਵਾਰੀ ਮੈਨੂੰ ਇਹ ਪਤਾ ਲੱਗਿਆ ਕਿ ਜੋ ਮੈਂ ਰਿਸਰਚ ਕਰ ਰਿਹਾ ਸੀ, ਮੈਂ ਤਾਂ ਵੇਟ ਲਾਸ ਅਤੇ ਹੈਲਥ 'ਤੇ ਕਰ ਰਿਹਾ ਸੀ, ਇਹ ਸਾਰੀ ਬਿਮਾਰੀਆਂ ਨੂੰ ਵਾਪਸ ਮੋੜ ਸਕਦਾ, ਉਹ ਵੀ ਬਿਨਾਂ ਬਿਮਾਰੀ ਦੇ ਉੱਪਰ ਕੰਮ ਕਰੇ। ਤਾਂ ਸਭ ਤੋਂ ਪਹਿਲੀ ਚੀਜ਼ ਜਿਹੜੀ ਲੱਭੀ ਮੈਨੇ ਆਪਣੇ ਇਸ ਫੀਲਡ 'ਚ ਕਿ ਇੱਕ ਸਿੰਪਲ ਜੀ ਗੱਲ ਹੈ, ਮੈਂ ਪੋਲੀਟਿਕਸ ਵਾਲਾ ਹੈ ਨਹੀਂ, ਮਗਰ 1947 ਤੋਂ ਪੋਲੀਟਿਕਸ ਕਹਿੰਦੇ ਗਰੀਬੀ ਹਟਾਓ। ਕਿਆ ਗਰੀਬੀ ਹਟੀ ਕਿ ਵਧੀ? ਵਧੀ। ਉਹਦਾ ਇੱਕ ਕਾਰਨ ਹੈ, ਇਹ ਮੈਨੂੰ ਲੌਜਿਕ ਜਦ ਸਮਝਾਇਆ, ਮੈਂ ਮਾਈਂਡ ਸਮਝਿਆ। ਜਦੋਂ ਤੁਸੀਂ ਨੈਗੇਟਿਵ ਨਾਲ ਲੜਦੇ ਹੋ ਨਾ, ਤੁਸੀਂ ਆਪ ਨੈਗੇਟਿਵ ਹੁੰਦੇ ਹੋ ਅਤੇ ਨੈਗੇਟਿਵ ਵੱਧ ਜਾਂਦਾ। ਜਦੋਂ ਵੀ ਮੈਡੀਕਲ ਸਾਇੰਸ ਸਿੱਧਾ ਕਿਹਨੂੰ ਕਹਿ ਰਹੀ ਹੈ, ਕਿਹਨੂੰ ਠੀਕ ਕਰਨ ਨੂੰ ਕਹਿ ਰਹੀ ਹੈ? ਉਹ ਬਿਮਾਰੀ ਬਿਮਾਰੀ ਬਿਮਾਰੀ। ਕਿ ਅੱਜ ਤੱਕ ਬਿਮਾਰੀ ਵਧੀ? ਮੇਰਾ ਇੱਕ ਚੈਲੰਜ ਹੁੰਦਾ ਜੀ, ਤੁਸੀਂ ਕਿਸੇ ਡਾਕਟਰ ਨਾਲ, ਅਗਰ ਕੋਈ ਡਾਕਟਰ ਨਾ ਹੋਵੇ, ਸੌਰੀ ਹੈ ਨਾ, ਤਾਂ ਮੈਂ ਡਾਕਟਰ ਸਾਹਿਬ ਨੂੰ ਇੱਕੋ ਚੀਜ਼ ਕਹਿਣਾ, ਡਾਕਟਰ ਸਾਹਿਬ ਕੋਈ ਪੇਸ਼ੈਂਟ ਦਾ ਨੰਬਰ ਦਿਓ ਜੀ ਤੁਸੀਂ ਡਾਇਬਟੀਜ਼ ਕਿਉਰ ਕਰਤੀ ਹੋਵੇ। ਮੈਂ ਕਹੂੰਗਾ ਕੋਈ ਪੇਸ਼ੈਂਟ ਦਾ ਨੰਬਰ ਦਿਓ ਜੀ ਤੁਸੀਂ ਬਲੱਡ ਪ੍ਰੈਸ਼ਰ ਕਿਉਰ ਕਰਤਾ ਹੋਵੇ। ਐਂਡ 'ਚ 5 ਕੁਐਸਚਨਾਂ ਤੋਂ ਬਾਅਦ ਮੈਂ ਸਾਰੇ ਪੁੱਛਦਾ ਨਹੀਂ, ਮੈਂ ਕਹਿੰਦਾ ਹੁੰਦਾ ਕਿ ਡਾਕਟਰ ਸਾਹਿਬ ਕੋਈ ਨੰਬਰ ਦੇ ਦਿਓ ਜਿਹੜਾ ਕਿਉਰ ਕਰਤਾ ਹੋਵੇ। ਮੈਡੀਕਲ ਸਾਇੰਸ 'ਚ ਕਿਉਰ ਵਰਡ ਐਗਜ਼ਿਸਟ ਨਹੀਂ ਕਰਦਾ, ਅਤੇ ਉਹਨਾਂ ਨੇ ਇੱਕ ਲਾਅ ਕੱਢਿਆ ਹੈ, ਤੁਸੀਂ ਕਹਿ ਵੀ ਨਹੀਂ ਸਕਦੇ। ਹਾਂ, ਉਹਨੂੰ ਤੁਹਾਨੂੰ ਬੜਾ ਪ੍ਰੋਬਲਮ ਚਾਹੀਦੀ ਤਾਂ ਉਹਨਾਂ ਨੇ ਕਹਿੰਦੇ ਰਿਵਰਸ ਕਰਨਾ। ਜਿਹੜੀ 3-4 ਚੀਜ਼ਾਂ ਮੈਡੀਕਲ ਸਾਇੰਸ ਗੋਲੀ ਖਵਾ ਕੇ ਠੀਕ ਕਰ ਸਕਦੀ, ਉਹਦੇ 'ਚ ਇੱਕ ਡਾਇਰੀ ਹੈ, ਪੇਟ ਹੈ ਨਾ, ਜ਼ੁਕਾਮ, ਬੁਖਾਰ, ਸਰ ਦਰਦ, ਉਹ ਐਕਚੁਅਲ 'ਚ ਪਰ ਆਯੁਰਵੇਦਾ ਬਿਮਾਰੀ ਨਹੀਂ ਹੈ। ਜਦੋਂ ਵੀ ਆਯੁਰਵੈਦਿਕ ਡਾਕਟਰ ਕੋਲ, ਜਿਹੜਾ ਸਹੀ ਆਯੁਰਵੈਦਿਕ ਹੋਏਗਾ, ਉਹ ਤੁਹਾਨੂੰ ਕਦੇ ਪੇਟ ਖਰਾਬ ਹੋਏ 'ਤੇ ਗੋਲੀ ਨਹੀਂ ਦੇਗਾ, ਉਹ ਕਹੇਗਾ ਸਾਹ ਪੜਨ ਦਿਓ। ਬੁਖਾਰ ਹੋਇਆ, ਇੱਕ ਵਾਇਰਸ ਆ ਗਿਆ, ਉਹਨੂੰ ਬੋਡੀ ਟੈਂਪਰੇਚਰ ਚੱਕ ਕੇ ਮਾਰੀ, ਉਹ ਤੁਹਾਨੂੰ ਦਵਾਈ ਨਹੀਂ ਦੇਗਾ। ਜ਼ੁਕਾਮ ਹੋਇਆ, ਇੱਕ ਵਾਇਰਸ ਆ ਗਿਆ, ਬੋਡੀ ਨੂੰ ਕੱਢ ਰਹੀ ਹੈ। ਤਾਂ ਇਹ 4-5 ਬਿਮਾਰੀਆਂ ਜਿਹਦੀ ਮੈਡੀਕਲ ਸਾਇੰਸ ਕੋਲ ਦਵਾਈ ਹੈ, ਆਯੁਰਵੈਦਿਕ ਡਾਕਟਰ ਕਹਿੰਦਾ ਉਸ ਨੂੰ ਦਵਾਈ ਨਹੀਂ ਖਾਣੀ। ਕਿਉਂ? ਉਹ ਨਿਕਲਣ ਦੀ ਜਗ੍ਹਾ 'ਤੇ ਵਾਪਸ ਉੱਥੇ ਚਲੀ ਗਈ, ਉਹ ਰਿਮਿਸ਼ਨ ਤਾਂ ਚਲੀ ਗਈ, ਮਗਰ ਤੁਹਾਡੇ ਕੀ ਹੋਇਆ, ਬਾਅਦ 'ਚੋਂ ਫੇਰ ਆ ਜਾਏਗੀ। ਤਾਂ ਮੈਂ ਇੱਕ ਛੋਟੀ ਚੀਜ਼ ਵਿੱਚ ਦੱਸਿਆ, ਮੈਂ ਤਾਂ ਸ਼ੁਰੂ ਤੋਂ ਮੈਡੀਕਲ ਸਾਇੰਸ ਦੇ ਨਾਲ ਕੋਈ ਦੋਸਤੀ ਨਹੀਂ ਹੈ। ਤਾਂ ਮੈਂ ਸਮਝਿਆ, ਜਦੋਂ ਮੈਂ ਇਹ ਚੀਜ਼ ਫੋਲੋ ਕਰੀ ਅਤੇ ਆਪਣੇ ਕੁਝ ਭਾਈ ਬੰਦੋਂ ਨੂੰ ਫੋਲੋ ਕਰਾਈ, ਮੈਂ ਹੈਰਾਨ ਹੋ ਗਿਆ ਜੀ ਕਿ ਆਪਾਂ ਸਿਰਫ ਅਤੇ ਸਿਰਫ ਬਿਨਾਂ ਬਿਮਾਰੀ ਨੂੰ ਟੱਚ ਕਰੇ, ਉਹਦੇ ਬਾਰੇ ਗੱਲ ਕਰੇ, ਲਾਈਫ ਸਟਾਈਲ ਚੇਂਜ ਕਰੀਏ ਅਤੇ ਬੰਦਾ ਤੰਦਰੁਸਤ ਹੋ ਜਾਏ। ਫਿਰ ਮੈंने ਆਪਣੀ ਸਟੱਡੀ ਹੋਰ ਵਧਾਤੀ, ਕਿਉਂਕਿ ਮੈਨੂੰ ਇੱਕ ਪਰਪਸ ਮਿਲ ਗਿਆ। ਫਿਰ ਗੱਲ ਪਤਾ ਲੱਗੀ ਜੀ, ਜਿਹੜੀ ਕਿ ਮੈਡੀਕਲ ਸਾਇੰਸ ਦੱਸਦੇ ਨੇ, ਡਾਇਬਟੀਜ਼, ਥਾਇਰਾਇਡ, ਲਿਵਰ, ਫੈਟੀ ਲਿਵਰ, ਬਲੱਡ ਪ੍ਰੈਸ਼ਰ, PCOD PCOS ਬਿਮਾਰੀ ਨਹੀਂ ਹੈ। ਇਹ ਡਾਕਟਰਾਂ ਨੇ ਆਪ ਕਿਹਾ ਹੋਇਆ, ਮੈਂ ਨਹੀਂ ਕਹਿੰਦਾ। ਇਹਨਾਂ ਨੂੰ ਕੈਟਾਗਰਾਈਜ਼ ਕਰਦੇ ਬਿਮਾਰੀਆਂ ਨੂੰ, ਇਹਨੂੰ ਲਾਈਫ ਸਟਾਈਲ ਡਿਸਆਰਡਰ ਕਹਿੰਦੇ ਆ, ਇਹਨੂੰ ਬਿਮਾਰੀ ਕਹਿੰਦੇ ਹੀ ਨਹੀਂ। ਹੁਣ ਜਿਹੜੀ ਚੀਜ਼ ਬਿਮਾਰੀ ਉਹਦੀ ਦਵਾਈ ਨਹੀਂ ਹੈਗੀ, ਸਿੰਪਲ ਜੀ ਗੱਲ, ਅਗਰ ਬਿਮਾਰੀ ਹੋਏਗੀ ਤਾਂ ਉਹਨਾਂ ਕੋਲ ਦਵਾਈ ਹੈ। ਹੁਣ ਜੋ ਡਾਕਟਰ ਕਰ ਰਹੇ ਨੇ, ਜਿਹੜੀ ਮੈਡੀਕਲ ਸਾਇੰਸ ਕੋਲ ਇਸ ਵਕਤ ਤੱਕ ਸਾਇੰਸ ਹੈ, ਤੁਸੀਂ ਸਵੇਰੇ ਉੱਠੇ, ਤੁਹਾਡੀ ਬਲੱਡ ਸ਼ੂਗਰ 220, ਗੋਲੀ ਖਾ ਲਓ 120, ਖਾਣਾ ਖਾਇਆ ਫਿਰ 220, ਫਿਰ ਗੋਲੀ ਖਾ ਲਓ 120। ਤਾਂ ਆਪਾਂ ਕੀ ਕਰ ਰਹੇ ਹਾਂ? ਤਾਂ ਉਹ ਸਾਡੇ ਪੰਜਾਬੀ 'ਚ ਸ਼ਾਇਦ ਨਵੀਂ ਜਨਰੇਸ਼ਨ ਨਹੀਂ ਪਤਾ, ਕਹਿੰਦੇ ਬਿੱਲੀ ਨੂੰ ਦੇਖ ਕੇ ਨਾ ਕਬੂਤਰ ਅੱਖਾਂ ਬੰਦ ਕਰ ਲੈਂਦਾ। ਕਬੂਤਰ ਨੂੰ ਇਹ ਲੱਗਦਾ ਕਿ ਬਿੱਲੀ ਚਲੀ ਗਈ। ਕਿਆ ਬਿੱਲੀ ਸੱਚੀ ਚਲੀ ਗਈ? ਨਹੀਂ। ਤਾਂ ਜਿਹੜੀ ਗੋਲੀ ਹੈ, ਇਹ ਐਗਜ਼ੈਕਟ ਉਹ ਕੰਮ ਹੈ ਕਿ ਤੁਹਾਨੂੰ ਲੱਗਦਾ ਬਿੱਲੀ ਚਲੀ ਗਈ,
ਘੰਟੇ ਬਾਅਦ 2 ਘੰਟੇ ਬਾਅਦ 4 ਘੰਟੇ ਬਾਅਦ ਬਿੱਲੀ ਵਾਪਸ ਉੱਥੇ ਹੀ ਖੜੀ ਹੈ। ਤਾਂ ਇਹਨੂੰ ਮੈਡੀਕਲ ਟਰਮੀਨੋਲੋਜੀ 'ਚ ਮੈਂ ਕਹੂੰਗਾ ਕਿ ਸਿੰਪਟਮ ਨੂੰ ਮਾਸਕ ਕਰਤਾ। ਤਾਂ ਬਹੁਤ ਸੋਹਣਾ ਤਰੀਕਾ ਹੈ। ਤੁਹਾਨੂੰ ਲੱਗਦਾ ਸਿੰਪਟਮ ਮਾਸਕ ਹੋ ਗਿਆ ਤਾਂ ਉਹਦੇ ਲਈ ਮੈਂ ਕਹਿੰਦਾ ਹੁੰਦਾ ਫਿਰ ਡਾਕਟਰ ਸਾਹਿਬ ਨੂੰ ਕੁਐਸਚਨ ਜ਼ਰੂਰ ਪੁੱਛਣਾ ਕਿ ਡਾਕਟਰ ਸਾਹਿਬ ਇਹ ਦਵਾਈ ਮੈਂ ਕਦ ਤੱਕ ਖਾਣੀ ਹੈ। ਜੇ ਤੁਸੀਂ ਸਮਝੋ ਤੁਸੀਂ ਤੁਹਾਡਾ ਪੇਟ ਖਰਾਬ ਸੀ, ਤੁਸੀਂ ਡਾਕਟਰ ਕੋਲ ਗਏ ਨੇ, ਗੋਲੀ ਦਿੱਤੀ, ਪੇਟ ਠੀਕ ਹੋ ਗਿਆ ਹੈ ਨਾ, ਤੁਸੀਂ ਕੋਈ ਓਕੇ। ਹੁਣ ਤੁਸੀਂ ਬੀਪੀ ਸੀ, ਤੁਸੀਂ ਡਾਕਟਰ ਕੋਲ ਗਏ, ਉਹਨੇ ਗੋਲੀ ਦਿੱਤੀ, ਤੁਸੀਂ ਕੁਐਸਚਨ ਪੁੱਛਣ ਦਾ ਹੱਕ ਲੱਗਦਾ ਨਾ। ਸਾਲ ਕੁ ਬਾਅਦ ਤਾਂ ਪੁੱਛ ਸਕਦੇ ਆਪਾਂ ਕਿ ਡਾਕਟਰ ਸਾਹਿਬ ਇਹ ਗੋਲੀ ਤਦ ਤੱਕ ਖਾਣੀ ਪੈਣੀ ਮੈਨੂੰ। ਉਹਦਾ ਆਨਸਰ ਪਤਾ ਕਿਆ ਹੈ ਜੀ? ਲਾਈਫ ਟਾਈਮ। ਫਿਰ ਹੁਣ ਇਸ ਚੀਜ਼ ਤਾਂ ਆਪਾਂ ਸਾਰੇ ਸਿਆਣੇ ਆ, ਉਹ ਗੋਲੀ ਦੇ ਸਾਈਡ ਇਫੈਕਟ ਹੈਗੇ ਨੇ। ਕਿੰਨੇ ਕੁ ਸਾਈਡ ਇਫੈਕਟ ਹੈ ਤੁਸੀਂ ਸੋਚ ਵੀ ਨਹੀਂ ਸਕਦੇ। ਤਾਂ ਜਦੋਂ ਤੁਸੀਂ ਉਹ ਗੋਲੀ ਪਹਿਲਾਂ 5 mg ਦੀ ਖਾਣੀ ਸ਼ੁਰੂ ਕਰਦੇ ਹੋ, ਕਿੰਨੇ ਦੀ ਹੋ ਜਾਂਦੀ, ਬਾਅਦ ਚੋਂ 5 ਸਾਲ ਬਾਅਦ ਉਹ 10 mg ਹੋ ਜਾਂਦੀ ਹੈ। ਥਾਇਰਾਇਡ ਵਾਲੇ ਕਲਾਇੰਟਸ ਨੂੰ ਤਾਂ ਬਹੁਤ ਸੋਹਣੀ ਗੱਲ ਪਤਾ ਕਿ ਪਹਿਲਾਂ 25 mg ਸ਼ੁਰੂ ਹੋਈ ਸੀ, ਫਿਰ ਉਹ 50 mg ਹੋ ਗਈ, ਫਿਰ ਕਹਿੰਦੇ ਹੁਣ ਤੁਹਾਨੂੰ 2 ਗੋਲੀਆਂ ਖਾਣੀ ਪੈਣੀਆਂ, ਇਹ ਹਫ਼ਤੇ 'ਚ 2 ਵਾਰੀ ਖਾਣੀ ਹੈ, ਬਾਕੀ ਤਾਂ ਡੇਲੀ ਖਾਣੀਆਂ। 150 mg MCG ਹੁੰਦੀ ਹੈ, ਜੋ ਮਾਈਕਰੋ ਉਸ 'ਚ ਹੁੰਦੇ ਨੇ ਹੈ ਨਾ। ਤਾਂ ਉਹ ਕਦੇ ਘਟਦੀ ਹੈ ਨਹੀਂ, ਬਹੁਤ ਰੇਅਰਲੀ ਜਿਹਨਾਂ ਨੇ ਘਟਾਈ ਹੈ ਨਾ। ਜਿਹੜੇ ਡਾਇਬਟੀਜ਼, ਕਿਸੇ ਨੂੰ ਹੈਗੀ ਡਾਇਬਟੀਜ਼ ਜਿਹੜੇ ਕਿਸੇ ਕੋਲ? ਹਾਂਜੀ, ਤੁਸੀਂ ਡਾਇਬਟੀਜ਼ ਦੇਖਿਆ ਕਈ ਲੋਕਾਂ ਨੇ ਜਿਹਨਾਂ ਦੀ ਮੈਨੇ ਸਕਸੈਸ ਸਟੋਰੀਜ਼ ਨੇ, ਸਿਰਫ ਸੈਰ ਕਰਕੇ ਡਾਇਬਟੀਜ਼ ਠੀਕ ਕਰ ਲਈ ਕਿਸੇ ਨੇ। ਬਹੁਤ ਵਾਰੀ ਸੁਣੀ ਹੋਊਗੀ ਗੱਲ ਤੁਹਾਨੇ। ਜਦੋਂ ਤੁਸੀਂ ਉਹਨਾਂ ਦੇ ਐਡਵਾਈਸ ਤੋਂ ਇਲਾਵਾ ਕੁਝ ਕਰਕੇ ਦੇਖਦੇ ਹੋ ਤਾਂ ਕੰਮ ਕਰ ਜਾਂਦਾ। ਵਰਨਾ ਡਾਇਬਟੀਜ਼ ਵੀ ਉਵੇਂ ਹੈ ਕਿ ਮੈਟਫੋਰਮਿਨ ਖਾਣੀ ਸ਼ੁਰੂ ਕਰੀ ਸੀਗੀ, ਤੇ ਹੁਣ ਇਹਦੀ ਡਾਇਬਟੀਜ਼ ਤੇ ਗੱਲ ਆ ਗਈ। 4 ਸਟੇਜਾਂ ਦੀ ਡਾਇਬਟੀਜ਼ ਹੈ। ਪਹਿਲੀ ਸਟੇਜ ਹੈ ਇਨਸੂਲਿਨ ਰੈਜ਼ਿਸਟੈਂਸ, ਜਿਹਨੂੰ ਕਹਿੰਦੇ ਪ੍ਰੀ ਡਾਇਬਟੀਜ਼। ਫਿਰ ਤੁਹਾਨੂੰ ਟਾਈਪ 2 ਡਾਇਬਟੀਜ਼ ਹੁੰਦੀ ਹੈ, ਜਿਸ ਤੋਂ ਗੋਲੀ ਖਾ ਕੇ ਕੰਮ ਹੁੰਦਾ। ਉਹ ਤੋਂ ਬਾਅਦ ਟਾਈਪ 1 ਡਾਇਬਟੀਜ਼, ਜਿੱਥੇ ਤੁਹਾਨੂੰ ਟੀਕਾ ਲੱਗਣਾ ਸ਼ੁਰੂ ਹੁੰਦਾ, ਤੁਹਾਡੀ ਇਨਸੂਲਿਨ ਬਣਨੀ ਜਮੀ ਬੰਦ ਹੋ ਗਈ। ਇੱਕ ਹੋਰ ਸਟੇਜ ਵੀ ਹੈ ਟਾਈਪ 3 ਹੈ ਨਾ, ਉਹਦੇ ਬਾਰੇ ਕੋਈ ਨਹੀਂ ਕਰਦਾ, ਜਿਸ 'ਤੇ ਪਾਰਕਿੰਸਨਸ ਤੇ ਅਲਜ਼ਾਈਮਰ ਸ਼ੁਰੂ ਹੋ ਜਾਂਦਾ ਕਿ ਜਮੀ ਮੈਮਰੀ ਵੀ ਗਈ, ਹੱਥ ਪੈਰ ਕੰਬਦੇ ਨੇ। ਤਾਂ ਉਹ ਤਾਂ ਇਹ ਚੀਜ਼ਾਂ ਤੱਕ ਪਹੁੰਚਦੇ ਨਹੀਂ। ਹੁਣ ਜ਼ਿਆਦਾਤਰ ਤੁਸੀਂ ਡਾਇਬਟੀਜ਼ ਦੀ ਗੱਲ ਕਰਦੇ, ਤੁਸੀਂ ਦੇਖਿਆ ਹੋਣਾ ਤੁਹਾਡੇ ਕੋਈ ਰਿਸ਼ਤੇਦਾਰ ਨਾਲ ਵੀ ਹੋਇਆ ਹੋਣਾ, ਡਾਇਬਟਿਕ ਬੰਦਾ ਡਾਇਲਿਸਿਸ ਤੇ ਮਰਦਾ ਜ਼ਿਆਦਾਤਰ। ਉਹ ਡਾਇਲਿਸਿਸ ਕਰਾ ਰਿਹਾ ਹੁੰਦਾ ਜਾਂ ਡਾਇਲਿਸਿਸ ਹੋ ਰਹੀ ਹੁੰਦੀ ਹੈ, ਫਿਰ ਉਹਦੀ ਡੈਥ ਹੋ ਜਾਂਦੀ ਹੈ। ਇਹ ਸਟੇजेस ਨੇ। ਇਹ ਕਿਡਨੀ ਡੈਮੇਜ ਹੁੰਦੀ ਹੀ ਡਾਇਲਿਸਿਸ ਤੋਂ ਬਾਅਦ, ਉਹ ਸੌਰੀ ਬਲੱਡ ਸ਼ੂਗਰ ਵਧਣ ਤੋਂ ਬਾਅਦ ਹੈ। ਤਾਂ ਮੈਂ ਜਦੋਂ ਇਹ ਚੀਜ਼ ਸਮਝੀ, ਮੈਨੇ ਹਿਸਾਬ ਲਾਇਆ ਕਿ ਸਾਰੀਆਂ ਚੀਜ਼ਾਂ ਲਾਈਫ ਸਟਾਈਲ ਡਿਸਆਰਡਰ ਨੇ, ਤੇ ਆਪਾਂ ਨੂੰ ਕਦੇ ਦੱਸਿਆ ਨਹੀਂ ਜਾਂਦਾ। ਆਪਾਂ ਨੂੰ ਦੱਸਿਆ ਜਾਂਦਾ ਬਿਮਾਰੀ ਹੈ, ਉਹ ਬਿਮਾਰੀ ਦਾ ਇੱਕੋ ਇਲਾਜ ਹੈ ਗੋਲੀ ਖਾ ਲਓ। ਤੇ ਗੋਲੀ ਕਿਸੇ ਨੂੰ ਐ ਹੋਇਆ ਜੀ ਕਿ ਕਿਸੇ ਨੇ ਗੋਲੀ ਛੱਡਤੀ ਹੋਵੇ? ਜਿਹਨੇ ਵੀ ਛੱਡੀ ਹੈ ਉਹਨੇ ਲਾਈਫ ਸਟਾਈਲ ਚੇਂਜ ਕਰਿਆ ਸੀ, ਉਹ ਗੋਲੀ ਛੁੱਟ ਗਈ। ਇਹ ਲੌਜਿਕ ਹੈ, ਤੁਹਾਨੂੰ ਸਮਝ ਆ ਗਿਆ? ਤਾਂ ਮੈਨੂੰ ਬੜੀ ਸੋਹਣੀ ਗੱਲ ਸਮਝ ਆਈ ਕਿ ਮੈਂ ਤਾਂ ਸਟੱਡੀ ਕਰ ਰਿਹਾ ਸੀ weight loss ਤੇ ਹੈਲਦੀ ਹੋਣ ਲਈ, ਤੇ ਮੇਰੇ ਹੱਥ ਤੱਕ ਸੋਨੇ ਹੀ ਛੜੀ ਆ ਗਈ। ਕਿਵੇਂ ਦੀ ਪ੍ਰੋਬਲਮਾਂ ਸੋਲਵ ਹੋਣ ਲੱਗੀਆਂ। 20 ਸਾਲ 25 ਸਾਲ ਡਾਇਬਟਿਕ, ਜਿਹਨੂੰ ਮੈਟਾਬੋਲਿਕ ਸਿੰਡਰਮ ਕਹਿੰਦੇ ਤੁਸੀਂ, ਬਲੱਡ ਪ੍ਰੈਸ਼ਰ ਰਿਲੇਟਡ, PCOD PCOS, ਥਾਇਰਾਇਡ, ਫੈਟੀ ਲਿਵਰ, ਮੇਰੇ ਘਰ 'ਚ ਠੀਕ ਹੋ ਗਿਆ। ਤਾਂ ਪਹਿਲੀ ਵਾਰੀ ਆਈ ਗॉट ਇਨਟੂ, ਮੈਂ ਕਿਹਾ ਚਲੋ ਜੀ ਲੈਟ ਮੀ ਹੈਲਪ ਪੀਪਲ। ਤਾਂ ਪਹਿਲੀ ਚੀਜ਼ ਮੈਂ ਕਹਿੰਦਾ, ਮੈਂ ਡਾਕਟਰ ਨਹੀਂ ਹਾਂ, ਕਿਉਂਕਿ ਡਾਕਟਰ ਕਿਸ ਤੇ ਜਾ ਰਿਹਾ ਹੈ? ਨੈਗੇਟਿਵ ਚੀਜ਼ ਤੇ, ਬਿਮਾਰੀ ਤੇ। ਇਹ ਲੌਜਿਕ ਹੈ, ਅਗਰ ਇਹ ਲੌਜਿਕ ਲਾਈਫ 'ਚ ਵੀ ਕਿਤੇ ਵੀ ਅਪਲਾਈ ਕਰ ਲਓਗੇ, ਯੂ ਵਿਲ ਬੀ ਸਰਪ੍ਰਾਈਜ਼ਡ। ਜਦੋਂ ਤੁਸੀਂ ਨੈਗੇਟਿਵ ਨਾਲ ਲੜੋਗੇ, ਦੇਖੋ ਨਾ, ਤੁਸੀਂ ਉਹਨਾਂ ਟੱਚ ਤਾਂ ਹੋਗੇ, ਥੋੜੇ ਨੈਗੇਟਿਵ ਤੁਸੀਂ ਹੋਗੇ ਤੇ ਉਹ ਬਚ ਜਾਊਗਾ। ਅਗਰ ਗਰੀਬੀ ਹਟਾਣੀ ਹੈ ਨਾ, ਤਾਂ ਐਕਚੁਅਲ 'ਚ ਵਰਡ ਕੀ ਹੋਣਾ ਚਾਹੀਦਾ? ਐਜੂਕੇਸ਼ਨ ਵਧਾ ਲਈਏ। ਜੇ ਕ੍ਰਾਈਮ ਹਟਾਣਾ ਹੈ ਤਾਂ ਐਜੂਕੇਸ਼ਨ ਵਧਾਓ। ਹੁਣ ਅਗਰ ਆਪਾਂ ਇਹ ਡਰੱਗਸ ਠੀਕ ਕਰਨੀ ਹੈ ਨਾ, ਡਰੱਗਸ ਕਿਉਂ ਕੌਣ ਲੈਂਦਾ? ਅਗਲੀ ਜਨਰੇਸ਼ਨ ਅਗਰ ਡਰੱਗ ਲੈਣੀ ਬੰਦ ਕਰ ਦੇ ਤਾਂ ਆਪਾਂ ਡਰੱਗ ਦੀ ਪ੍ਰੋਬਲਮ 10 ਸਾਲ ਬਾਅਦ ਖਤਮ ਹੈ। ਤਾਂ ਐਜੂਕੇਸ਼ਨ, ਤਾਂ ਇਸੀ ਫੀਲਡ 'ਚ ਮੈਂ ਵੀ ਐਵੇਂ ਹੈ। ਮੈਂ ਹੈਲਥ ਕੋਚ ਹਾਂ। ਕੋਚ ਦਾ ਮਤਲਬ ਹੈ ਇੱਕ ਬੰਦਾ ਦਾ ਹੱਥ ਫੜ ਕੇ ਤੁਹਾਨੂੰ ਐਜੂਕੇਟ ਕਰਦਾ ਹੈ, ਤੁਹਾਨੂੰ ਕੀ ਕਰਨਾ ਤੇ ਕੀ ਨਹੀਂ ਕਰਨਾ, ਕੀ ਖਾਣਾ ਕੀ ਨਹੀਂ ਖਾਣਾ, ਕਿਵੇਂ ਖਾਣਾ ਤੇ ਕਿਵੇਂ ਨਹੀਂ ਖਾਣਾ। ਬਹੁਤ ਸਿੰਪਲ ਜਿਹਾ ਲੌਜਿਕ ਹੈ, ਤੇ ਇਹ ਇੰਨਾ ਸਿੰਪਲ ਹੈ ਕਿ ਬੰਦੇ ਨੂੰ ਲੱਗਦਾ ਯਾਰ ਇਹਦੇ ਨਾਲ ਮੈਂ ਠੀਕ ਹੋ ਜਾਊਂਗਾ, ਕਿਉਂਕਿ ਆਪਾਂ ਨੂੰ ਚੀਜ਼ ਕੰਪਲਿਕੇਟ ਬਣਾ ਕੇ ਦੱਸੀ ਗਈ ਹੋਈ ਹੈ। ਹੁਣ ਥਾਇਰਾਇਡ ਵਾਲੇ ਕਲਾਇੰਟ ਨੇ, ਕਈ ਹੈ ਨਾ ਪੇਸ਼ੈਂਟ ਹੁੰਦੇ ਨੇ, ਉਹਨਾਂ ਨੂੰ ਕਿਹਾ ਜਾਂਦਾ ਕਿ ਇਹ ਤਾਂ ਪੂਰੀ ਜ਼ਿੰਦਗੀ ਗੋਲੀ ਖਾਣੀ ਪਏਗੀ। ਕਿਉਂ ਬਈ? ਹੋਇਆ ਕੀ? ਮੈਂ ਤਾਂ ਚੀਜ਼ਾਂ ਸਾਰੀ ਟੱਚ ਕਰੂੰਗਾ। ਥਾਇਰਾਇਡ ਆਪਣੇ ਉਰੇ ਲੱਗਿਆ ਹੋਇਆ ਜੀ, ਇੱਕ ਹਾਰਮੋਨ ਬਣਾਉਂਦਾ TSH, ਥਾਇਰਾਇਡ ਸਟਿਮੂਲੇਟਿੰਗ ਹਾਰਮੋਨ। ਇੱਕ ਹੋਰ ਹਾਰਮੋਨ ਹੈ ਜਿਹੜਾ ਨੂੰ ਕਨਵਰਟ ਕਰਦਾ, T4 to T3। ਬਹੁਤ ਸਿੰਪਲ ਹਾਰਮੋਨ ਹੈ। ਉਹਦਾ ਕੰਮ ਕੀ ਹੈ? ਆਪਣਾ ਬੋਡੀ 'ਚ એનર્ਜੀ ਬਣਾਉਣੀ। ਜਿਵੇਂ ਆਪਾਂ ਨੂੰ ਅਗਰ ਕਿਸੇ ਨੂੰ ਥੱਕਿਆ ਲੱਗਦਾ 24 ਘੰਟੇ, ਥਾਇਰਾਇਡ ਵਾਲੇ ਕਲਾਇੰਟ, ਥਾਇਰਾਇਡ ਵਾਲੇ ਪੇਸ਼ੈਂਟ 90% ਥੱਕਿਆ ਫੀਲ ਕਰਦੇ ਨੇ। ਉਹਨਾਂ ਦਾ ਵੇਟ ਹੀ ਵਧੀ ਜਾਂਦਾ। ਕਿਉਂ? ਉਹਨਾਂ ਦੀ એનર્ਜੀ ਕਨਵਰਟ ਨਹੀਂ ਹੁੰਦੀ, ਉਹਨਾਂ ਦੀ એનર્ਜੀ ਸਿਰਫ ਸਟੋਰ ਹੁੰਦੀ ਹੈ ਫੈਟ ਦੇ ਵਿੱਚ। ਤਾਂ ਹੁਣ ਮੇਰਾ ਲੌਜਿਕ ਕਿਵੇਂ ਹੈ, ਜੋ ਕੰਮ ਕਿਵੇਂ ਕਰਕੇ ਖੁਸ਼ ਹੈ ਮੈਂ? ਰੂਟ ਕਾਜ਼ ਸਮਝਣਾ।
ਜਦ ਤੁਸੀਂ ਕਿਸੇ ਚੀਜ਼ ਦਾ ਰੂਟ ਕਾਜ਼ ਸਮਝ ਗਏ, ਪ੍ਰੋਬਲਮ ਸੋਲਵ ਹੋ ਗਈ।